ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਗੈ ਹੋਵੈ ਤੋਹਿ ਸਹਾਈ, ਸਤਨਾਮ ਜਪਿਐ ਲਿਵ ਲਾਈ। ਆਗੈ ਹੋਵੈ ਤੋਹਿ ਸਹਾਈ, ਸਤਨਾਮ ਜਪਿਐ ਲਿਵ ਲਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਬਿੰਦ ਸਿੰਘ ਗੁਰੂ ਗਤਦਾਇਕ, ਆਨ ਕੀ ਆਸ ਨਹੀਂ ਮਨ ਰਾਈ। ਚਾਤਰਕ ਚੀਤ ਮੋਰ ਮੋਰਟ, ਸਵਾਤ ਦਿਦਾਰ ਕਵੈ ਇਹੋ ਪਾਈ। ਜਿਉ ਪਤੰਗ ਨਿਉ ਕੀ ਡੋਰ ਬਧਾ, ਡਗ ਡੋਲ ਸੋ ਲਿਓ ਮਿਲਾਈ। ਸਿੰਧੁ ਤਾਸਨ ਹੈ ਭਵ ਕੀ ਗਤ, ਮੋਹਿ ਮਿਆ ਕਰ ਲਿਓ ਬਚਾਈ। ਏਕੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੋਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੀ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਗੁਰੂ ਬਾਬਾ ਜੀ ਦਾ ਭਾਈ ਦੁਨੀ ਚੰਦ ਨੇ ਕੀਤਾ ਅੱਖਾਂ ਦੇ ਨਾਲ ਦੀਦਾਰ, ਉਸ ਵਕਤ ਇਹਦੇ ਮਨ ਦੇ ਉੱਪਰੋਂ ਜਿਹੜੀ ਆ ਪਾਪਾਂ ਦੀ ਮਾਇਆ ਦੀ ਮੈਲ ਦੂਰ ਹੋ ਗਈ। ਗੁਰੂ ਬਾਬਾ ਜੀ ਨੇ ਐਸਾ ਜਦੋਂ ਕੌਤਕ ਦਿਖਾਇਆ ਭਾਈ ਦੁਨੀ ਚੰਦ ਜੀ ਨੂੰ ਸਾਹਮਣੇ ਹੀ, ਜਿਹੜਾ ਇਹਦਾ ਪਿਤਾ ਵਿਚਾਰਾ ਬਘਿਆੜ ਦੀ ਜੋਨੀ ਧਾਰਨ ਕਰਦੇ ਹੋਇਆ ਬੜੇ ਦੁੱਖ ਬੜੇ ਕਾਟਾਂ ਨੂੰ ਭੋਗ ਰਿਹਾ ਸੀ। ਪਰ ਸਤਿਗੁਰੂ ਜੀ ਕਹਿਣ ਲੱਗੇ, ਇਹ ਦੁਨੀ ਚੰਦ ਦੇ ਉਹ ਦਾਸਾ ਸਰਾਧ ਕਾਹਦੇ ਵਾਸਤੇ ਕੀਤਾ ਭਾਈ? ਕਹਿਣ ਲੱਗਿਆ, ਮਹਾਰਾਜ ਬ੍ਰਾਹਮਣਾ ਪੰਡਤਾਂ ਨੇ ਕਹਿ ਦਿੱਤੀ ਹੈ ਗੱਲ ਵੀ ਤੇਰਾ ਪਿਤਾ ਸਾਲ ਭਰ ਦੇ ਲਈ ਤ੍ਰਿਪਤ ਹੋ ਗਿਆ। ਸਤਿਗੁਰੂ ਜੀ ਨੇ ਸਰਬਾਗਾ ਅੰਤਰਜਾਮੀ ਕਹਿਣ ਲੱਗੇ, ਦੁਨੀ ਚੰਦ ਪਰ ਜਿਹੜਾ ਤੇਰਾ ਪਿਓ ਹੈ ਨਾ, ਉਹ ਤਾਂ ਇਸ ਟਾਈਮ 'ਤੇ 5 ਕੋਹਾਂ ਦੀ ਦੂਰੀ 'ਤੇ ਫਲਾਣੀ ਥਾਂ 'ਤੇ 3 ਦਿਨਾਂ ਦਾ ਭੁੱਖਾ ਵਿਚਾਰਾ ਬਘਿਆੜ ਦੀ ਜ਼ੋਨੀ ਦੇ ਵਿੱਚ ਪਿਆ ਹੋਇਆ ਬੈਠਾ। ਜਾ ਕੇ ਮਿਲਣਾ ਤਾਂ ਮਿਲ ਵੀ ਸਕਦਾ ਹੈ। ਵੱਡੀਆਂ ਵੱਡੀਆਂ ਪ੍ਰਾਂਤਾਂ ਦੇ ਵਿੱਚ ਕਿਨੇ ਖੀਰ ਪਾ ਲਈ। ਸਤਿਗੁਰੂ ਜੀ ਨੇ ਬਚਨ ਕੀਤਾ ਵੀ ਡਰੀ ਨਾ ਉਹਨੂੰ ਦੇਖ ਕੇ ਵੀ ਤਾਂ ਬਘਿਆੜ ਹੈ, ਕੋਈ ਪਤਾ ਨਹੀਂ ਮੇਰੇ ਉੱਪਰ ਝਪੱਟਾ ਵੀ ਮਾਰ ਦਿਓ। ਭਾਈ ਦੁਨੀ ਚੰਦ ਜੀ ਨੇ ਖੀਰ ਦੀਆਂ ਪ੍ਰਾਂਤਾਂ ਦੇ ਅੱਗੇ ਰੱਖੀਆਂ। ਦਰਸ਼ਨ ਕਰਨ ਦੀ ਦੇਰ ਸੀ, ਨਾਲ ਦੀ ਨਾਲ ਉਹਨੇ ਇੱਕ ਆਪਣੀ ਜਿਹੜੀ ਹੈ ਦੇਵ ਦੇਈ ਧਾਰਨ ਕਰ ਲਈ। ਭਾਈ ਦੁਨੀ ਚੰਦ ਜੀ ਹੈਰਾਨ ਹੋ ਕੇ ਪੁੱਛਣ ਲੱਗਿਆ, ਪਿਤਾ ਜੀ ਤੁਸੀਂ ਤਾਂ ਬੜੇ ਧਰਮਾਤਮਾ ਪੁਰਸ਼ ਤਾਂ ਜ਼ਿੰਦਗੀ
ਨਾਮ ਦਾਨ ਇਸ਼ਨਾਨ ਨੇਕੀ ਭਲਾਈ ਇਹ ਕਰਦਿਆਂ ਹੋਇਆਂ ਬਤੀਤ ਕੀਤੀ ਆ ਕੀ ਪਾਣਾ ਵਰਤ ਗਿਆ ਤੁਹਾਡੇ ਨਾਲ। ਉਸ ਸਮੇਂ ਜਿਹੜੀ ਸੀ ਦੇਵ ਦੇਵਿਆਂ ਨੇ ਸਮਝਾਇਆ ਵੀ ਇਹ ਵਾਸਨਾ ਦੇ ਅਨੁਸਾਰ ਹਰੇਕ ਪ੍ਰਾਣੀ ਦਾ ਜਨਮ ਹੋਇਆ ਕਰਦਾ, ਕੋਈ ਵੀ ਹੋਵੇ। ਜ਼ਿਤਲਾ ਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਉਸ ਸਮੇਂ ਭਾਈ ਧੁਨੀ ਚੰਦ ਜੀ ਦੇ ਪੈਰਾਂ ਤੋਂ ਮਿੱਟੀ ਨਿਕਲ ਗਈ। ਉਹ ਪੁੱਛਿਆ ਆਪਣੇ ਪਿਤਾ ਜੀ ਨੂੰ, ਕਹਿਣ ਲੱਗੇ ਵੀ ਜਦੋਂ ਮੇਰੇ ਸਰੀਰ ਦਾ ਅੰਤ ਹੋ ਰਿਹਾ ਸੀ ਨਾ, ਅਚਾਨਕ ਆਪਣੇ ਗੁਆਂਢ 'ਚ ਕਿਸੇ ਨੇ ਮਾਸ ਰਿੱਝਣਾ ਰੱਖਿਆ ਹੋਇਆ ਚੁੱਲ੍ਹੇ 'ਤੇ, ਉਹਦੀ ਵਾਸਨਾ ਆ ਗਈ ਮੇਰੇ ਨੱਕ ਨੂੰ। ਮੈਂ ਸੋਚਿਆ ਵੀ ਦੇਖੋ ਸਾਰੀ ਜ਼ਿੰਦਗੀ ਕਦੇ ਮੈਂ ਮਾਸ ਨਹੀਂ ਖਾ ਕੇ ਦੇਖਿਆ। ਨਾਲ ਦੀ ਨਾਲ ਮੇਰੇ ਪ੍ਰਾਣ ਸਰੀਰ 'ਚੋਂ ਨਿਕਲ ਗਏ। ਉਹਦਾ ਫਲ ਹੈ ਜੋ ਮੈਨੂੰ ਬਘਿਆੜ ਦੀ ਜੋਨੀ ਪ੍ਰਾਪਤ ਹੋਈ ਹੈ। ਪਰ ਕਹਿਣ ਲੱਗਾ ਵੀ ਦੇਖ ਤੇਰੇ ਘਰ ਦੇ ਵਿੱਚ ਆਪ ਨਿਰੰਕਾਰ ਭਗਵਾਨ ਵਾਹਿਗੁਰੂ ਪਰਮਾਤਮਾ ਚੱਲ ਕੇ ਆ ਗਿਆ, ਤੂੰ ਕੁਝ ਉਠਾ ਲਾਹਾ ਪ੍ਰਾਪਤ ਕਰ ਲਈ। ਤੈਂ ਉਹਨਾਂ ਦਾ ਦਰਸ਼ਨ ਕੀਤਾ, ਮੈਂ ਤੇਰਾ ਦੀਦਾਰ ਕਰ ਲਿਆ, ਦੇਖ ਲੈ। ਨਾਲ ਦੀ ਨਾਲ ਮੇਰੇ ਸਰੀਰ ਦਾ ਛੁਟਕਾਰਾ ਹੋ ਗਿਆ। ਇਹਦੀ ਜਿਹੜੀ ਦਿਵ ਦੀ ਉਹ ਤਾਂ ਬੈਕੰਠਾਂ ਨੂੰ ਪਹੁੰਚ ਗਈ। ਭਾਈ ਧੁਨੀ ਚੰਦ ਜੀ ਆ ਗਏ ਆਪਣੇ ਘਰ ਦੇ ਵਿੱਚ ਵਾਪਸ। ਭੋਜਨ ਪਾਣੀ ਦੁਆਰਾ ਗੁਰੂ ਬਾਬਾ ਜੀ ਦੀ ਕੀਤੀ ਸੇਵਾ। ਜਾਣ ਲੱਗਿਆ ਫਿਰ ਭਾਈ ਧੁਨੀ ਚੰਦ ਜੀ ਗਲ ਦੇ ਵਿੱਚ ਪਾ ਕਰਕੇ ਪੱਲਾ ਗੁਰੂ ਬਾਬਾ ਜੀ ਦੇ ਸਾਹਮਣੇ ਖੜੋ ਕੇ, ਮਹਾਰਾਜ ਹੋਰ ਕੋਈ ਸੇਵਾ ਦੱਸੋ ਮੈਨੂੰ। ਸਤਿਗੁਰੂ ਜੀ ਕਹਿਣ ਲੱਗੇ ਵਿਆਹ ਫੜ 2 ਪੈਸੇ ਦੀ ਸੂਈ, ਇਹ ਤੇਥੋਂ ਅਸੀਂ ਪਰਲੋਕ ਦੇ ਵਿੱਚ ਲੈਣੀ ਹੈ, ਸੰਭਾਲ ਕੇ ਰੱਖੀ। ਜਦੋਂ ਘਰਵਾਲੀ ਦੇ ਪਾਸ ਪਹੁੰਚਿਆ ਉਹ ਕਹਿਣ ਲੱਗੀ ਹੈ ਪਤੀ ਦੇਵ ਸਰੀਰ ਵੀ ਹੱਥੀ ਸੜ ਕਰਕੇ ਸਵਾਦ ਦੀ ਮੁੱਠੀ ਹੋ ਜਾਣੀ, ਉਹ ਵੀ ਰਾਖ ਪਤਾ ਨਹੀਂ ਹਵਾ ਦੇ ਬੁੱਲਿਆਂ ਦੇ ਨਾਲ ਕਿੱਧਰ ਨੂੰ ਉੱਡ ਜਾਏਗੀ। ਆਪਾਂ ਸੂਈ ਕਿਵੇਂ ਲੈ ਕੇ ਜਾਵਾਂਗੇ ਪਰਲੋਕ ਦੇ ਵਿੱਚ। ਮਹਾਰਾਜ ਨੇ ਇੱਕ ਬਹਾਨਾ ਜਿਹਾ ਬਣਾਇਆ, ਵਾਪਸ ਆ ਗਏ। ਭਾਈ ਧੁਨੀ ਚੰਦ ਸੱਚੇ ਪਾਤਸ਼ਾਹ ਸਰੀਰ ਵੀ ਹੱਥੀ ਲੱਕੜਾਂ ਦੇ ਵਿੱਚ ਸੜ ਜਾਣਾ, ਸੂਈ ਮੈਂ ਕਿਵੇਂ ਲੈ ਕੇ ਜਾਊਂ ਪਰਲੋਕ ਦੇ ਵਿੱਚ। ਉਸ ਸਮੇਂ ਸਤਿਗੁਰੂ ਜੀ ਨੇ ਪੁੱਛਿਆ ਵੀ ਆ 7 ਝੰਡੀਆਂ ਤਾਂ ਮਕਾਨ ਦੇ ਉੱਪਰ ਕਾਹਦੇ ਵਾਸਤੇ ਲਗਾਈਆਂ ਹੋਈਆਂ ਹਨ। ਬੇਨਤੀ ਕੀਤੀ ਵੀ ਇਸ ਟਾਈਮ 'ਤੇ ਸਮਾਜ ਦਾ ਇੱਕ ਰਿਵਾਜ ਹੈ, ਜਿਹਦੇ ਕੋਲ 1 ਕਰੋੜ ਕੈਸ਼ ਉਹ ਆਪਣੇ ਮਕਾਨ 'ਤੇ 1 ਝੰਡੀ ਲਗਾ ਦੂ। 2 ਕਰੋੜ ਕੈਸ਼ ਉਹਨੇ 2 ਲਗਾ ਦੇਣੀਆਂ। ਜਿਹਨੂੰ ਆਮ ਲੋਕ ਕਹਿੰਦੇ ਵੀ ਇਹ ਤਾਂ ਤੁਸਾ ਧਾਰੀ ਹੈ। ਇਹਦੇ ਮਕਾਨ ਦੇ ਉੱਪਰ 7 ਝੰਡੀਆਂ ਲਹਿਰਾ ਰਹੀਆਂ ਸਨ। ਸਤਿਗੁਰੂ ਜੀ ਕਹਿਣ ਲੱਗੇ ਵੀ 2 ਪੈਸੇ ਦੀ ਸੂਈ ਤਾਂ ਜਾਣੀ ਨਹੀਂ। ਆ ਜਿਹੜੀ ਤੈਨੂੰ ਮਾਇਆ ਪਾਪਾ ਬਾਝੋਂ ਹੋਵੇ ਨਾ ਹੀ ਮੋਇਆ, ਸਾਥ ਨਾ ਇਹ ਕਿਵੇਂ ਜਾਊ ਪਰਲੋਕ ਦੇ ਵਿੱਚ ਤੇਰੇ ਨਾਲ। ਬਚਨ ਕਰਨ ਦੀ ਦੇਰ ਸੀ। ਭਾਈ ਧੁਨੀ ਚੰਦ ਜੀ ਦਾ ਮਨ ਬਿਲਕੁਲ ਨਿਰਮਲ ਹੋ ਗਿਆ। ਉਸ ਸਮੇਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਫਿਰ ਕੋਈ ਢੰਗ ਤਰੀਕਾ ਆਪ ਹੀ ਦੱਸੋ ਨਾ ਮੈਨੂੰ, ਜਿਵੇਂ ਇਹ ਜਿਹੜੀ ਮਾਇਆ ਸਫਲੀ ਵੀ ਹੋ ਜਾਏ ਅਤੇ ਇਹਦੇ ਨਾਲ ਮੈਨੂੰ ਸੁੱਖ ਵੀ ਪ੍ਰਾਪਤ ਹੋ ਜਾਣ। ਸਤਿਗੁਰੂ ਜੀ ਕਹਿਣ ਲੱਗੇ ਅਗਰ ਇਹ ਧਨ ਇਹ ਮਾਇਆ ਚੰਗੇ ਪਾਸੇ ਸ਼ੁਭ ਕਰਮਾਂ ਦੇ ਵਿੱਚ ਲਗਾਏ ਦੇਂਗਾ ਇਹ ਸੁਖੀ ਬਣ ਜੂ। ਜੇ ਪਾਪਾ ਔਰ ਕੋਰ ਇਹੋ ਜਿਹੇ ਪੱਧਰਾਂ ਦੇ ਵਿੱਚ ਲਗਾਤੀ ਇਹਨੇ ਫਿਰ ਦੁੱਖ ਦਾ ਰੂਪ ਬਣਿਆ। ਤੇਰੀ ਮਰਜ਼ੀ ਹੈ। ਥੋੜ੍ਹੀ ਜੀ ਮਾਇਆ ਗੁਜ਼ਾਰੇ ਜੋਗੀ ਰੱਖ ਕੇ ਨੇ ਸਾਰੀ ਗਰੀਬ ਗੁਰਬਿਆਂ ਲੋੜ ਬੰਦਾਂ ਦੇ ਵਿੱਚ ਵਰਤਾਤੀ। ਸਤਿਗੁਰੂ ਜੀ ਕਹਿਣ ਲੱਗੇ ਧੁਨੀ ਚੰਦ ਇਸ ਜੀਵ ਦੇ 3 ਪਿੱਤਰ ਹੋਇਆ ਕਰਦੇ ਨੇ। ਪਹਿਲੀ ਮਾਇਆ
ਦੂਜਾ ਪਰਿਵਾਰ ਤੇ ਤੀਜੇ ਹੈਗੇ ਦੇ ਕਰਮ। ਇਹ ਮਾਇਆ ਦੀ ਮਿੱਤਰਤਾਈ ਉਤਨਾ ਚਿਰ ਜਾਂ ਜਿਤਨਾ ਚਿਰ ਤੇਰੇ ਸਰੀਰ ਦੇ ਵਿੱਚ ਚੱਲਦੇ ਨੇ ਸਵਾਸ। ਜੈ ਬਸ ਹਵਾ ਜੀ ਨਿਕਲ ਗਈ, ਉਸੇ ਬਾਤ ਮਾਇਆ ਘੱਟ ਹੈ ਚਾਹੇ ਵੱਧ ਹੈ, ਦੂਜਿਆਂ ਨੇ ਆਪਣੇ ਹੱਥ ਹਿੱਟ ਕਰ ਲੈਣੀ ਹੈ। ਰਿਸ਼ਤੇਦਾਰਾਂ, ਧੀਆਂ ਪੁੱਤਰਾਂ, ਪਰਿਵਾਰਾਂ ਦੀ ਮਿੱਤਰਤਾਈ ਸ਼ਮਸ਼ਾਨ ਭੂਮਿਕਾ ਤੱਕ। ਫਿਰ ਉਸੇ ਵਕਤ ਜੱਤਰ ਆਇਓ ਤੱਤਰ ਗਛਤੀ, ਤਿਣਕੇ ਤੋੜ ਕੇ ਉਹਨਾਂ ਨੇ ਵਾਪਸ ਮੁੜਨਾ ਵੀ ਜਾਇਆ, ਜਿੱਧਰੋਂ ਆਇਆ ਸੀ ਉਧਰ ਹੀ ਚਲਿਆ ਜਾ। ਸਾਡੀ ਤਾਂ ਕੋਈ ਮਨ ਦੇ ਵਿੱਚ ਆਸਾ ਨਹੀਂ ਕਰਨੀ ਹੈ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੀ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਗੇ ਹੋਵੇ ਤੋਹੇ ਸਹਾਈ। ਉਸ ਸਮੇਂ ਸਰਬੱਗ ਅੰਤਰਜਾਮੀ ਸਤਿਗੁਰੂ ਜੀ ਕਹਿ ਲੱਗਿਆ ਧੁਨੀ ਚੰਦ ਵੀ ਤੀਜੇ ਤੇਰੇ ਹੈਗੇ ਮਿੱਤਰਾ ਕਰਮ, ਚਾਹੇ ਚੰਗੇ ਚਾਹੇ ਮਾੜੇ। ਇਹਨਾਂ ਨੇ ਤਾਂ ਬਸ ਹਮੇਸ਼ਾ ਲਈ ਨਾ ਲੋਕ ਔਰ ਪਰਲੋਕ ਦੇ ਵਿੱਚ ਤੇਰੇ ਨਾਲ ਹੀ ਰਹਿਣਾ। ਫਰੀਦਾ ਅਮਲ ਜ ਕੀਤਿਆਂ ਧੁਨੀ ਵਿੱਚ ਸੇ ਦਰਗਹਿ ਉਹ ਗਾਹ। ਬਾਬਾ ਫਰੀਦ ਜੀ ਨੇ ਵੀ ਬੜੇ ਬਚਨ ਕੀਤੇ ਨੇ ਆਪਣੇ ਸ਼ਲੋਕਾਂ ਦੇ ਵਿੱਚ। ਫਰੀਦਾ ਮੋਤੇ ਦਾ ਬੰਨਾ ਇਹ ਵੈ ਦਿਸੈ ਜਿਉਂਦਰੀ ਆਵੈ ਢਾ, ਅੱਗਾ ਦੁਖ ਦੋਜਕ ਤਪਿਆ ਸੁਣਿਆ ਹੂਲ ਪਵੈ ਕਹਾ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ ਜਿਨ੍ਹਾਂ ਨੂੰ ਪ੍ਰਭੂ ਦੀ ਕਿਰਪਾ ਦੁਆਰਾ ਇਹੋ ਜੀ ਪਰਮਾਰਥ ਦੀ ਸੋਝੀ ਮਨ ਦੇ ਵਿੱਚ ਵਿਰਾਜਤ ਹੋ ਗਈ। ਉਹ ਫਿਰ ਇਹੋ ਜਿਹੋ ਜਿਹਾ ਜਿਹੜਾ ਨਾਮ ਦਾ ਪ੍ਰੇਮਾ ਭਗਤੀ ਦਾ ਖਜ਼ਾਨਾ ਪਹਿਲਾਂ ਹੀ ਜਿਉਂਦੇ ਜੀ ਆਪਣੇ ਪਾਸ ਜਮ੍ਹਾਂ ਕਰ ਲੈਂਦੇ ਹਨ। ਜਿਨ੍ਹਾਂ ਨੂੰ ਕੋਈ ਇਹੋ ਜਿਹੀ ਸੋਝੀ ਪ੍ਰਾਪਤ ਹੋਈ ਨਹੀਂ, ਸਾਰੀ ਉਮਰ ਉਸੇ ਤਰ੍ਹਾਂ ਲੰਘ ਗਈ, ਧੁੱਪੀ ਤੌਲੇ ਆ ਗਏ, ਤਾਂ ਵੀ ਕਦੇ ਉਹ ਭੁੱਲ ਭੁਲੇਖੇ ਸੇਵਾ ਔਰ ਭਗਤੀ ਦੇ ਵਿੱਚ ਪ੍ਰਵਿਰਤ ਨਹੀਂ ਨਾ ਹੁੰਦੇ। ਉਹਨਾਂ ਦੇ ਪ੍ਰਤੀ ਵੀ ਮਹਾਰਾਜ ਦਾ ਵਚਨ ਹੈ, ਪਾਈ ਰੇ ਭਗਤਹੀਨ ਕਾਇ ਜਗ ਆਇਆ, ਉਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਆਵਨ ਆਏ। ਸ੍ਰੇਸ਼ਟ ਮੈਂ ਬਿਨ ਬੂਝੈ ਪਸ ਠੋਰ, ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਗ ਮਥੋਰ। ਪਰ ਦੂਸਰੀ ਸਾਈਡ 'ਤੇ ਅਰੇਰੇ ਦਰਗਹਿ ਕਹਿ ਨ ਕਉ ਆਓ ਬੈਠ, ਆਦਰ ਸੁਭ ਦੇਉ ਉਹ ਮੈਲੀ, ਪਾਵੈ ਤੂੰ ਬਾਸਾ ਜਨਮ ਮਰਨੈ ਹੋਏ ਬਨਾਸਾ। ਅਰੇਰੇ ਦਰਗਹਿ ਕਹਿ ਨਾ ਕਹੂ, ਇਹ ਨਹੀਂ ਕਹਿੰਦੇ ਵੀ ਇੱਧਰ ਆ ਉੱਧਰ ਚਲੇ ਆ ਜਾ। ਹੋਰ ਤਾਂ ਕਹਿਣਾ ਕੀ ਹੈ, ਜਿਹੜਾ ਧਰਮ ਰਾਜਾ ਉਹ ਵੀ ਕਿਵੇਂ, ਉਹ ਰਾਜੇ ਜਨਕ ਜੀ ਵਰਗੇ ਜਿਹੜਾ ਬ੍ਰਹਮ ਗਿਆਨੀ ਉਹਨਾਂ ਦੇ ਅੱਗੇ ਹੱਥ ਜੋੜ ਕਰਕੇ ਖੜਾ ਹੋ ਗਿਆ ਸੀ। ਜਿਹੜੇ ਨੇ ਤੇਰੇ ਕੀਤੇ ਹੋਏ ਸ਼ੁਭ ਅਮਲ, ਇਹਨਾਂ ਨੇ ਫਿਰ ਦੀਨ ਔਰ ਦੁਨੀਆ ਦੋਨਾਂ ਜਾਨਾਂ ਦੇ ਵਿੱਚ ਤੇਰੇ ਨਾਲ ਹੀ ਰਹਿਣਾ। ਸਤਨਾਮ ਜਪਿਆ ਲਿਵ ਲਾਈ। ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਸਤਨਾਮ ਸਦਾ ਵਾਸਤੇ ਲਿਵ ਲਗਾ ਕਰਕੇ ਜਪਦੇ ਰਹਿੰਦੇ ਹਨ। ਜਪਦੇ ਕੌਣ ਨੇ? ਇੱਕ ਨਾ ਨੋ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ ਅਮਲ ਜੇ ਕੀਤਿਆਂ ਦੁਨੀ ਵਿੱਚ ਸਹਿ ਦਰ ਗਏ ਉਹ ਗਾਹ। ਉਹਨਾਂ ਦਾਤਾ ਨਾਮ ਤੋਂ ਬਗੈਰ ਜਿਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸਤ ਸੰਗਤ ਕੋ ਕਰੋ ਮਿਲਾਪਾ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਤੇਰਾ ਇਹੋ ਜਾਏ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਮਿਲਾਪ ਹੋ ਜਾਣਾ, ਤਜੀਏ ਅਪਰ ਬੇਕਾਰ ਕਲਾਪਾ। ਔਰ ਜਿਹੜੇ ਸਮੋ
ਵਿਸ਼ੇ ਵਕਾਰ ਦੁਨਿਆਵੀ ਰੰਗ ਰਲੀਆਂ ਦੇ ਸੁੱਖਾਂ ਦੀ ਕਾਮਨਾ ਜਦੋਂ ਤਾਂ ਬਿਲਕੁਲ ਮਨ ਦੇ ਵਿੱਚੋਂ ਤਿਆਗ ਦੇਣੀ ਹੈ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ। ਇਹੋ ਜਿਹੇ ਜਦੋਂ ਆਗਾਮੀ ਬਚਨ ਗਿਆਨ ਦੇ ਨਾਲ ਭਰੇ ਹੋਏ ਭਾਈ ਧੁਨੀ ਚੰਦ ਜੀ ਨੇ ਸੁਣ ਲਏ ਗੁਰੂ ਬਾਬਾ ਜੀ ਦੀ ਰਸਨਾ ਤੋਂ। ਦੁਨੀ ਚੰਦ ਮਨ ਮੈਂ ਭਲ ਮਾਨੀ। ਹੁਣ ਇਕੱਲਾ ਇਕੱਲਾ ਵਚਨ ਭਾਈ ਧੁਨੀ ਚੰਦ ਜੀ ਦੇ ਹਿਰਦੇ ਦੇ ਅੰਦਰ ਘਾ ਕਰਦਾ ਜਾ ਰਿਹਾ। ਅਦਿਕ ਦਰਬ ਇਕ ਠੋਕਿਓ ਜੇਤੋ। ਜਿਤਨੇ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਨੇ ਮਾਇਆ ਧਨ ਆਪਣੇ ਪਾਸ ਜਮ੍ਹਾਂ ਕੀਤਾ ਹੋਇਆ ਹੈ। ਸੰਤਨ ਹਿਤ ਖਰਚਿਓ ਸਭ ਤੇਤੋ। ਉਹ ਸਾਰਾ ਹੀ ਸਾਧੂ ਮਹਾਤਮਾ ਗਰੀਬ ਗੁਰਬਿਆਂ ਲੋੜ ਬੰਦਾ ਦੀ ਸੇਵਾ ਦੇ ਵਿੱਚ ਖਰਚ ਕਰ ਦਿੱਤਾ ਹੈ। ਅਨਕ ਪ੍ਰਕਾਰ ਕਰਾਏ ਆਹਾਰਾ। ਰੋਜ਼ ਦੀ ਰੋਜ਼ ਕੋਈ ਵੀ ਅਤਿਥੀ ਭੁੱਖਾ ਨੰਗਾ ਗਿਆ ਉਹਨੂੰ ਭਾਈ ਧੁਨੀ ਚੰਦ ਜੀ ਬੜਾ ਦਾਨ ਪੁੰਨ ਕਰਨ ਲੱਗ ਪਏ ਹਨ। ਸੰਤਨ ਕਰਿਓ ਪ੍ਰਸੰਨ ਜੀਵਾਰਾ। ਜੀ ਵਾਰਾ ਰੱਬ ਦੇ ਪਿਆਰਿਆਂ ਦੀ ਸੇਵਾ ਕਰਦਿਆਂ ਉਹਨਾਂ ਦੀਆਂ ਵੀ ਬੜੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਹਨ। ਬਹੁਤੇ ਬਸਤਰ ਸਿਵਾਏ ਪਹਿਰਾਈ। ਜਦੋਂ ਦੇਖਿਆ ਵੀ ਉਹ ਮੰਗਦਾ ਗਿਆ ਮਹੀਨਾ ਭਾਈ ਧੁਨੀ ਚੰਦ ਜੀ ਬੜੇ ਗਰਮ ਗਰਮ ਵਸਤਰ ਸਲਾ ਕੇ ਲੋੜ ਬੰਦਾਂ ਦੇ ਵਿੱਚ ਵੰਡਣ ਲੱਗ ਪਏ ਹਨ। ਮਿਲ ਸਤ ਸੰਗਤ ਸਮਾਂ ਬਿਤਾਈ। ਹੁਣ ਇਹੋ ਜਿਹੇ ਬ੍ਰਹਮ ਬੈਤੇ ਨਾਮ ਰਸੀਆਂ ਦੀ ਸੋਹਬਤ ਦੇ ਵਿੱਚ ਰਹਿ ਕੇ ਧੁਨੀ ਚੰਦ ਜੀ ਨੇ ਆਪਣਾ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਮਰ ਹੈ ਵਾਹਿਗੁਰੂ ਸਤਨਾਮੋ। ਹਮੇਸ਼ਾ ਵਾਸਤੇ ਐਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੋ ਗਈ। ਹੁਣ ਇਹਦੇ ਮਨ ਦੀ ਜਿਹੜੀ ਬਿਰਤੀ ਸਦਾ ਵਾਸਤੇ ਨਾਮ ਦੇ ਨਾਲ ਹੀ ਜੁੜੀ ਰਹਿੰਦੀ ਹੈ। ਤਜੇ ਬਿਅਰਥ ਜੀ ਘਰ ਕੇ ਕਾਮੋ। ਆ ਜਿਹੜੇ ਬਿਅਰਥੀ ਦੁਨਿਆਵੀ ਧੰਦੇ ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਕੋ ਇੱਕ ਭਾਈ ਧੁਨੀ ਚੰਦ ਜੀ ਨੂੰ ਸੋਝੀ ਆ ਗਈ ਵੀ ਨਾਮ ਨਹੀਂ ਮੇਰੇ ਨਾਲ ਪਰਲੋਕ ਦੇ ਵਿੱਚ ਨਾਲ ਜਾਣਾ। ਭਾ ਨਿਹਾਲ ਤਤਕਾਲ ਵਿਸਾਲਾ। ਜਿਹਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਤੇ ਐਸੀ ਦ੍ਰਿਸ਼ਟੀ ਪੈ ਜਾਂਦੀ ਉਹਦਾ ਬਸ ਨਾਲ ਦੀ ਨਾਲ ਵੱਡੇ ਵੱਡੇ ਅਪਰਾਧੀ ਗੁਨਾਹੀ ਨਿਹਾਲ ਹੋ ਜਾਂਦੇ ਹਨ। ਤਾਰੋ ਉਪਦੇਸ਼ ਜੋ ਦਇਓ ਦਇਆਲਾ। ਗੁਰੂ ਬਾਬਾ ਜੀ ਦਾ ਬਖਸ਼ਿਆ ਉਪਦੇਸ਼ ਉਹ ਵੀ ਧੁਨੀ ਚੰਦ ਜੀ ਨੇ ਆਪਣੇ ਅੰਦਰ ਧਾਰਨ ਕਰ ਲਿਆ। ਤਿਸ ਤੇ ਬਿਦਾ ਹੋਏ ਬਿਦ ਨੀਕੀ। ਜਦੋਂ ਗੁਰੂ ਬਾਬਾ ਜੀ ਇਹਦੇ ਕੋਲੋਂ ਵਿਦਾ ਹੋ ਕੇ ਅੱਗੇ ਨੂੰ ਚੱਲ ਪਏ ਸਿਮਰਤ ਸੁਧ ਕੀਨੀ ਭਗਨੀ ਕੀ। ਉਹ ਸਮੇਂ ਦੇ ਲਿਆ ਗੁਰੂ ਬਾਬਾ ਜੀ ਨੇ ਸਰਬਗਤਾ ਦੇ ਨਾਲ ਵੀ ਇਸ ਸਮੇਂ ਸਾਡੇ ਭੈਣ ਬੇਬੇ ਨਾਨਕੀ ਜੀ ਮਨ ਦੇ ਵਿੱਚ ਯਾਦ ਕਰ ਰਹੇ ਹਨ। ਮਰਦਾਨੇ ਸੋ ਗਿਰਾ ਅਲਾਈ। ਉਹ ਸਮੇਂ ਗੁਰੂ ਬਾਬਾ ਜੀ ਆਪਣੀ ਮੌਤ ਦੇ ਵਿੱਚ ਆ ਕੇ ਨਾ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਚੱਲ ਸੁਲਤਾਨਪੁਰੇ ਸੁਧ ਲੀਜੈ। ਕਹਿ ਲਗੇ ਚੱਲ ਮਰਦਾਨਿਆ ਸੁਲਤਾਨਪੁਰ ਦੇ ਵਿੱਚ ਹੁਣ ਸਾਨੂੰ ਬੇਬੇ ਜੀ ਚਿੱਤ ਦੇ ਅੰਦਰ ਬੜਾ ਯਾਦ ਕਰ ਰਹੇ ਨੇ ਵਾਰ ਵਾਰ। ਬੇਬੇ ਜੀ ਕੀ ਖੁਸ਼ੀ ਕਰੀਜੈ। ਆਪਾਂ ਸੁਲਤਾਨਪੁਰ ਜਾ ਕੇ ਬੇਬੇ ਜੀ ਦੀਆਂ ਬੜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਹੱਸ ਕਹਿ ਗਮ ਨੇ ਇੱਕ ਛਿਨ ਮਾਹੀ। ਕਿਉਂ ਬਚਨ ਕਰਦਿਆਂ ਇੱਕ ਛਿਨ ਦੇ ਵਿੱਚ ਹੀ ਸਤਿਗੁਰੂ ਜੀ ਬੇਬੇ ਨਾਨਕੀ ਦੇ ਪਾਸ ਪਹੁੰਚ ਗਏ। ਪਹੁੰਚਤ ਭੀ ਪੁਰ ਹੁਤੋ ਜਹਾਂ ਹੀ। ਜਿੱਥੇ ਹੁਣ ਬੇਬੇ ਨਾਨਕੀ ਜੀ ਦੀ ਸ਼ਾਦੀ ਪਹਿਲਾਂ ਹੀ ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਨਗਰ ਦੇ ਵਿੱਚ ਹੋ ਚੁੱਕੀ ਹੈ। ਸਦਨ ਸੁਸਾ ਕੇ ਪ੍ਰਵੇਸ਼ੇ ਜਬ ਹੀ। ਹੁਣ ਜਦੋਂ ਸਤਿਗੁਰੂ ਜੀ ਨੇ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਹਰਖ ਭਰੀ ਤੋਰਨ ਉੱਠ ਤਬ ਹੀ। ਉਸ ਸੇਵਾ ਤੋਂ ਬੜੇ ਚਾਅ ਬੜੀਆਂ ਖੁਸ਼ੀਆਂ ਬੇਬੇ ਜੀ ਦੇ ਮਨ ਦੇ ਵਿੱਚ ਪੈਦਾ ਹੋ ਗਈਆਂ। ਕਰਨ ਬੰਦਨਾ ਪੱਗ ਪਰਤਾਈ। ਜਦੋਂ ਆਪ ਬੇਬੇ ਨਾਨਕੀ ਜੀ ਗੁਰੂ ਬਾਬਾ ਜੀ ਦੇ ਚਰਨਾਂ ਦੇ ਉੱਪਰ
ਮੱਥਾ ਟੇਕਣ ਲਈ ਨਾ ਅੱਗੇ ਨੂੰ ਦੌੜ ਕੇ ਵੱਧ ਗਏ ਹਨ। ਲੋਚਨ ਤੀ ਜਲ ਧਾਰ ਬਹਾਈ। ਦੀਦਾਰ ਕਰਨ ਸਾਰੀ ਵੱਡੇ ਵੱਡੇ ਹੰਝੂ ਬੇਬੇ ਜੀ ਦੀਆਂ ਅੱਖਾਂ ਦੇ ਵਿੱਚੋਂ ਬਹਿਣ ਲੱਗ ਪਏ ਹਨ। ਕਰ ਪਰ ਲੀ ਸਿਰ ਕਹਿ ਹਿਤ ਬੈਨਾ। ਪਰ ਸਤਿਗੁਰੂ ਜੀ ਬੇਬੇ ਜੀ ਦਾ ਬੜਾ ਸਤਿਕਾਰ ਕਰਿਆ ਕਰਦੇ ਸੀ। ਜਦੋਂ ਟੇਕਣ ਲੱਗੇ ਮੱਥਾ, ਉਹਨਾਂ ਦਾ ਜਿਹੜਾ ਸੀਸ ਆਪਣੇ ਹੱਥਾਂ ਦੇ ਉੱਪਰੀ ਸਤਿਗੁਰੂ ਜੀ ਨੇ ਲੈ ਲਿਆ। ਬੈਸ ਗਏ ਮੰਚ ਪਰ ਗੁਰ ਐਨਾ। ਜਦੋਂ ਦਇਆ ਦੇ ਘਰ ਸਤਿਗੁਰੂ ਜੀ ਬੇਬੇ ਨਾਨਕੀ ਜੀ ਦੇ ਪਾਸ ਜਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਬਹਿ ਗਏ। ਤੇ ਚਿਨ ਚੱਲ ਜਰਾਮ ਤਹ ਆਵਾ। ਭਾਈ ਜੈ ਰਾਮ ਜੀ ਵੀ ਅਚਾਨਕ ਕੋਈ ਆਪਣਾ ਕੰਮ ਧੰਦਾ ਕਰਕੇ ਵਾਪਸ ਮੁੜ ਆਏ ਹਨ। ਦਰਸ਼ ਬਿਲੋਕਤ ਔਰ ਹਰ ਖਾਵਾ। ਭਾਈ ਜੈ ਰਾਮ ਜੀ ਉਹਨਾਂ ਦੇ ਮਨ ਦੇ ਵਿੱਚ ਵੀ ਬੜੇ ਖੇੜੇ ਪੈਦਾ ਹੋ ਗਏ ਜਦੋਂ ਮਹਾਰਾਜ ਦਾ ਦਰਸ਼ਨ ਕੀਤਾ। ਕਰ ਬੰਧਨ ਬੈਸਿਓ ਕਰ ਪ੍ਰੇਮਾ। ਜਦੋਂ ਸਾਰਾ ਹੀ ਪਰਿਵਾਰ ਗੁਰੂ ਬਾਬਾ ਜੀ ਦੇ ਚਰਨਾਂ ਤੇ ਕਰਕੇ ਨਮਸਕਾਰ ਨੇੜੇ ਹੋ ਕੇ ਬਹਿ ਗਏ ਹਨ ਇੱਕ ਪਲੰਘੇ ਦੇ ਉੱਪਰ। ਬੋਝ ਪਰਸ ਪਰ ਕੁਸ਼ਲਮ ਖੇਮਾ। ਹੁਣ ਇੱਕ ਦੂਜੇ ਨੂੰ ਮਿਲ ਕਰਕੇ ਪਰਿਵਾਰ ਦੀ ਆ ਜਿਹੜੀ ਰਾਜੀ ਖੁਸ਼ੀ ਸੁੱਖ ਸਾਂਦ ਬਾਰੇ ਪੁੱਛਣ ਲੱਗ ਪਏ ਹਨ। ਬਹੁਤ ਬਰਖ ਬੀਤੇ ਬਿਨ ਦਰਸ਼ਨ। ਉਸ ਸਮੇਂ ਬੇਬੇ ਨਾਨਕੀ ਜੀ ਨੇ ਬੜੀਆਂ ਬੇਨਤੀਆਂ ਕੀਤੀਆਂ, ਮਹਾਰਾਜ ਕਿਤਨੇ ਸਾਲ ਹੋ ਗਏ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ। ਆ ਮੇਰੀਆਂ ਅੱਖੀਆਂ ਉਹਦੇ ਵੱਲ ਦੇ ਲੋ ਕਿਵੇਂ ਪੱਕ ਗਈਆਂ ਹਨ। ਇਉਂ ਕਹਿ ਭਗਨੀ ਗੇਰ ਧਿਆਨ ਸੁਨ। ਇਹ ਬਚਨ ਕਰਦਿਆਂ ਬੇਬੇ ਨਾਨਕੀ ਜੀ ਦੀ ਨੇਚਰਾਂ ਚੋਂ ਵੱਡੇ ਵੱਡੇ ਜਿਹੜੇ ਹੰਗੂ ਬਰਾਗ ਦੇ ਧਰਤੀ ਦੇ ਉੱਪਰ ਗਿਰਨ ਲੱਗ ਪਏ। ਹਮੈਂ ਵਿਸਾਰ ਦਿਓ ਨਿਜ ਮਨਤੀ। ਕਹਿ ਲੱਗੇ ਮਹਾਰਾਜ ਮੈਨੂੰ ਤਾਂ ਇਹੋ ਲੱਗਦਾ ਹੈ ਵੀ ਤੁਸੀਂ ਸਾਨੂੰ ਨਾ ਇਹ ਮਨ ਦੇ ਵਿੱਚੋਂ ਸਦਾ ਦੇ ਲਈ ਭੁਲਾ ਦਿੱਤਾ। ਇਸੇ ਕਰਕੇ ਤਾਂ ਕਿਤਨੇ ਸਾਲਾਂ ਬਾਅਦ ਅੱਜ ਮਸਾਬ ਜੀ ਦਾ ਦੀਦਾਰ ਹੋਇਆ ਹੈ। ਹਰਖ ਹੋਤ ਰਾਵਰ ਦਰਸ਼ਨ ਤੀ। ਜਦੋਂ ਵੀ ਆਪਦਾ ਕਰ ਲੈਨੇ ਆ ਦਰਸ਼ਨ, ਸਾਡੇ ਤਨ ਔਰ ਮਨ ਦੇ ਵਿੱਚ ਬੜੀ ਪਲਕਾਵਲੀ ਬੜੀ ਜਿਹੜੇ ਕਿਹੜੇ ਆਪਣੇ ਆਪ ਹੀ ਪੈਦਾ ਹੋਣ ਲੱਗ ਪੈਂਦੇ ਨੇ ਜਦੋਂ ਸਾਹਮਣੇ ਆਪ ਜੀ ਦਾ ਦੀਦਾਰ ਹੋ ਜਾਂਦਾ ਹੈ। ਹੱਥ ਬੰਦ ਬੋਲਿਓ ਜੈ ਰਾਮਾ। ਉਸ ਸਮੇਂ ਭਾਈ ਜੈ ਰਾਮ ਜੀ ਵੀ ਦੋਵੇਂ ਹੱਥ ਜੋੜਦਿਆਂ ਹੋਇਆਂ ਦੀਨ ਦੁਨੀਆ ਦੇ ਮਾਲਕ ਦੇ ਅੱਗੇ ਬੇਨਤੀਆਂ ਕਰਨ ਲੱਗ ਪਏ। ਕਰੁਣਾ ਕਰੋ ਰਹੋ ਅਬ ਧਾਮਾ। ਕਹਿ ਲਗੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਥੋੜਾ ਟਾਈਮ ਆਪਣੇ ਘਰ ਦੇ ਵਿੱਚ ਵੀ ਟਿਕਣਾ ਬਣਦਾ ਹੈ। ਵੈਸੇ ਸਿਮਰੋ ਸਦਾ ਗੋਬਿੰਦੀ। ਪਰਿਵਾਰ ਦੇ ਵਿੱਚ ਰਹਿੰਦਿਆਂ ਉੱਥੇ ਹੀ ਤੁਸੀਂ ਆਪਣੀ ਬੰਦਗੀ ਬੜੀ ਖੁੱਲੀ ਡੁੱਲੀ ਕਰ ਸਕਦੇ ਹੋ। ਹਮਕੋ ਦੇਵਤ ਰਹੋ ਆਨੰਦੀ। ਜਦੋਂ ਨੇੜੇ ਹੋਵੋਗੇ ਫਿਰ ਸਾਡੇ ਮਨ ਦੇ ਵਿੱਚ ਵੀ ਬੜਾ ਸੁੱਖ ਬੜਾ ਆਨੰਦ ਆਪਣੇ ਆਪ ਹੀ ਪੈਦਾ ਹੋ ਜਾਣਾ। ਸ਼੍ਰੀ ਚੰਦ ਬਾਹਰ ਤੇ ਆਇਓ। ਉਸ ਸਮੇਂ ਗੁਰੂ ਬਾਬਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਵੀ ਆ ਕੇ ਆਪਣੇ ਗੁਰੂ ਪਿਤਾ ਜੀ ਚਰਨਾਂ ਤੇ ਮੱਥਾ ਟੇਕਿਆ। ਨਮਸਕਾਰ ਕਰ ਔਰ ਹਰ ਖਾਇਓ। ਬਾਬਾ ਸ੍ਰੀ ਚੰਦ ਜੀ ਵੀ ਦੀਦਾਰ ਕਰਕੇ ਇਹਨਾਂ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਬੜੇ ਖੜੇ ਆਪਣੇ ਆਪ ਹੀ ਪੈਦਾ ਹੋਣ ਲੱਗ ਪਏ ਹਨ। ਵੈਸੇ ਮਿਲ ਕੇ ਸਰਬ ਸਮੀਪਾ। ਜਿਆਦਾ ਸਾਰਾ ਪਰਿਵਾਰ ਸਤਿਗੁਰੂ ਜੀ ਦੇ ਨੇੜੇ ਹੋ ਕੇ ਬਹਿ ਗਏ ਹੈ। ਬਚਨ ਭਨੇ ਬੇਦੀ ਕੁਲ ਦੀਪਾ। ਉਸ ਸਮੇਂ ਬੇਦੀ ਕੁਲ ਦਾ ਸ਼੍ਰੋਮਣੀ ਬੇਦੀ ਕੁਲ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਕਾਸ਼ਣ ਵਾਲੇ ਮਹਾਰਾਜ ਨੇ ਬਚਨ ਕੀਤਾ। ਦੇਸ਼ ਵਿਦੇਸ਼ਾਂ ਦੇਖਣ ਹੇਤਾ। ਕਹਿ ਲੱਗੇ ਬੇਬੇ ਜੀ ਅਜੇ ਤਾਂ ਅਸੀਂ ਹੋਰ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਬਹੁਤ ਵੱਡੀ ਸੇਵਾ ਲਗਾਈ ਹੈ ਹੋਈ ਹੈ ਨਾ ਤੁਰ ਦਰਗਾਹੋਂ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ੈਰ ਕਰਨੀ ਹੈ। ਜਾਂਤੇ ਰਹਿਓ ਨਾ ਜਾਏ ਜਾਤ ਨਿਕੇਤਾ। ਇਸੇ ਕਰਕੇ ਹੁਣ ਜਿੱਥੇ ਜਿੱਥੇ ਵਾਹਿਗੁਰੂ ਦਾ ਹੁੰਦਾ ਹੁਕਮ ਉੱਥੇ ਸਾਨੂੰ ਜਾਣਾ ਹੀ ਪੈਂਦਾ। ਫਿਰ ਘਰ ਦੇ ਵਿੱਚ ਤੇ ਕਰਕੇ ਕਿਵੇਂ ਅਸੀਂ ਬੈਠ ਸਕਦੇ ਹਾਂ।
ਜਬ ਸਿਮਰਨ ਕਰ ਹੋ ਤੁਮ ਮੇਰਾ। ਪਰ ਸਤਿਗੁਰੂ ਜੀ ਕਹਿਣ ਲੱਗੇ ਬੇਬੀ ਜੀ ਜਦੋਂ ਵੀ ਕਿਤੇ ਮਨ ਦੇ ਵਿੱਚ ਤੁਸੀਂ ਯਾਦ ਕਰੋਗੇ ਤਬ ਸਮੀਪ ਆਵੋ ਬਿਨ ਦੇਰਾ। ਬਿਨਾਂ ਦੇਰੀ ਤੋਂ ਮੈਂ ਉਸੇ ਵਕਤ ਤੁਹਾਡੇ ਪਾਸ ਪਹੁੰਚ ਜਾਣਾ। ਬਹੁ ਪ੍ਰਕਾਰ ਦੀ ਧੀਰਜ ਸਭ ਹੀ। ਉਸ ਸਮੇਂ ਗੁਰੂ ਬਾਬਾ ਜੀ ਨੇ ਸਾਰਿਆਂ ਨੂੰ ਆਪਣੇ ਵੱਲੋਂ ਬੜਾ ਧੀਰਜ ਦਿਲਾਸਾ ਬਖਸ਼ਿਆ। ਰੈਣ ਬਸੇਰਾ ਕੀਏ ਤਿਹ ਤਬ ਹੀ। ਇੱਕ ਰਾਤ ਸੁਲਤਾਨਪੁਰ ਦੇ ਵਿੱਚ ਰਹਿ ਕਰਕੇ ਮਹਾਰਾਜ ਨੇ ਜਦੋਂ ਬਤੀਤ ਕੀਤੀ ਹੈ, ਹੋਰ ਹੋਤ ਮਿਲ ਕੇ ਸਭ ਸਾਥਾ। ਜਦੋਂ ਥੋੜਾ ਜਿਹਾ ਹੋ ਗਿਆ ਪੌਪਟਾਲਾ ਸਾਰੇ ਪਰਿਵਾਰ ਨੂੰ ਮਿਲ ਗਿਲ ਕੇ ਗੁਰੂ ਬਾਬਾ ਜੀ ਨੇ ਫਿਰ ਅੱਗੇ ਆਪਣੇ ਜਾਣ ਦੇ ਲਈ ਤਿਆਰੇ ਕਰ ਦਿੱਤੇ ਹਨ। ਗਮਨ ਕਰਿਓ ਬੇਦੀ ਕੁਲ ਨਾਥਾ। ਵੈਦੀ ਕੁਲ ਦੇ ਮਾਲਕ, ਵੈਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਜੀ ਨੇ ਇੱਕੀ ਰਾਤ ਬੇਬੇ ਜੀ ਦੇ ਪਾਸ ਕੱਟੀ ਹੈ। ਹੋਰ ਨ ਮਾਤ ਪਿਤਾ ਕੀ ਚਾਹੋ। ਉਹ ਦੌਰਾਨ ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਚੰਦ ਇਹਨਾਂ ਇਹ ਵੀ ਬੜੇ ਲੰਮੇ ਸਮੇਂ ਤੋਂ ਗੁਰੂ ਬਾਬਾ ਜੀ ਦਾ ਦਰਸ਼ਨ ਕਰਨ ਦੇ ਲਈ ਪਪੀਏ ਦੇ ਸਮਾਨ ਤਰਸ ਰਹੇ ਸਨ। ਉਹਨਾਂ ਦੇ ਮਨ ਦੀ ਭਾਵਨਾ ਪੂਰੀ ਕਰਨ ਦੇ ਲਈ ਤਲਵੰਡੀ ਪਹੁੰਚੇ ਦੁਖ ਦਾਹੋ। ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ ਚਲਦਿਆਂ ਰਾਏ ਪਹੁੰਚ ਦੀ ਤਲਵੰਡੀ 'ਚ ਪਹੁੰਚ ਗਏ। ਦੋਏ ਕੋਸ ਪਰ ਕੋਪ ਜੋ ਨੀਕਾ। ਜਿਹੜਾ 2 ਕੋਹਾਂ ਦੀ ਦੂਰੀ ਤੇ ਬਾਹਰਲੇ ਪਾਸੇ ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਦਾ ਖੂਹ ਬਣਿਆ। ਉਹ ਖੂਹ ਹੁਣ ਤੱਕ ਉਸੇ ਤਰ੍ਹਾਂ ਕਾਇਮ ਹੈ। ਥੋੜ੍ਹਾ ਜਿਹਾ ਨਗਰ ਤੋਂ ਬਾਹਰਲੇ ਪਾਸੇ ਪੈਂਦਾ ਹੈ। ਕੋਈ ਇਹਦੀ ਸਫਾਈ ਸਫੂਈ ਤਾਂ ਹੈ ਨਹੀਂ, ਪਹਿਲਾਂ ਦੇ ਸਮਾਨ ਸਾਦਾ ਜੀ ਪਿਆ। ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਦੇ ਖੂਹ 'ਤੇ ਮਹਾਰਾਜ ਨੇ ਡੇਰਾ ਲਗਾਤਾ। ਛਾਇਆ ਸਗਨਾ ਜਹਾਂ ਰਮਨੀਕਾ। ਹੁਣ ਉੱਥੇ ਆਲੇ ਦੁਆਲੇ ਬੜੇ ਸੰਘਣੀ ਛਾਂ ਵਾਲੇ ਦਰਖਤ ਵੀ ਖੜੇ ਸਨ। ਬੈਠ ਗਈ ਜਗ ਗੁਰ ਤਿਹ ਥਾਈ। ਜਦੋਂ ਸਤਿਗੁਰੂ ਜੀ ਜਾ ਕਰਕੇ ਉਸ ਖੂਹ ਦੇ ਨੇੜੇ ਹੋ ਕੇ ਬਹਿ ਗਏ ਹਨ। ਦਵੈ ਘਟਕਾ ਜਬ ਦੀਨ ਬਿਤਾਈ। ਪਰ ਜਦੋਂ ਖੂਹ ਦੇ ਉੱਪਰ ਬੈਠਿਆਂ ਮਹਾਰਾਜ ਨੇ 2 ਘੜੀਆਂ ਬਤੀਤ ਕੀਤੀਆਂ। ਹਾਥ ਬੰਦ ਬੋਲਿਓ ਮਰਦਾਨਾ। ਹੁਣ ਉਸ ਸਮੇਂ ਭਾਈ ਮਰਦਾਨਾ ਜੀ ਨੇ ਵੀ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਹੈ, ਮੁਝ ਕੋ ਆਗਿਆ ਕਰੋ ਬਖਾਨਾ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੈਨੂੰ ਆਗਿਆ ਕਰ ਦਿਓ, ਮੈਂ ਵੀ ਜਾ ਕੇ ਪਰਿਵਾਰ ਨੂੰ ਮਿਲ ਲਵਾਂਗਾ। ਨਿਜ ਕੁਟੰਬ ਲਿਆਵਹੁ ਸੁਧ ਅਬਹੀ। ਜਾ ਕਰਕੇ ਆਪਣੇ ਧੀਆਂ ਪੁੱਤਾਂ ਮਾਂ ਪਿਓ ਪਰਿਵਾਰ ਦੀ ਜਾ ਕੇ ਖਬਰ ਸਾਰ ਪ੍ਰਾਪਤ ਹੋ ਜਾਏਗੀ। ਭਾਈ ਮ੍ਰਿਤਕ ਕੈ ਜੀਵਤ ਸਭ ਹੀ। ਭਾਈ ਮਰਦਾਨਾ ਜੀ ਕਹਿ ਲੱਗੇ ਮਹਾਰਾਜ ਜਾ ਕੇ ਪਤਾ ਲੱਗੂ ਵੀ ਪਰਿਵਾਰ ਦੇ ਮੈਂਬਰ ਜਿਉਂਦੀ ਨੇ, ਜੇ ਕਿਤੇ ਸਾਰਿਆਂ ਦੀ ਮੌਤ ਤਾਂ ਨਹੀਂ ਹੋਊਗੀ। ਮੈਂ ਵੀ ਜਾ ਕੇ ਉਹਨਾਂ ਦਾ ਪਤਾ ਸੁਤਾ ਪ੍ਰਾਪਤ ਕਰ ਲੈਣਾ। ਬਹੁਤ ਬਰਖ ਮਹਿ ਨਿਜ ਪੁਰ ਆਈ। ਸੱਚੇ ਪਾਤਸ਼ਾਹ ਕਿਤਨੇ ਸਾਲਾਂ ਤੋਂ ਬਾਅਦ ਆਪਾਂ ਦੇਖੋ ਰਾਏ ਪਹੁੰਚਦੀ ਤਲਵੰਡੀ 'ਚ ਵਾਪਸ ਮੁੜ ਕਰਕੇ ਆਇਆ। ਭਾਈ ਮਰਦਾਨਾ ਜੀ ਸੋਚਦੇ ਨੇ ਵੀ ਖਬਰ ਸਾਰ ਤਾਂ ਮਿਲੀ ਨਹੀਂ ਕਦੇ, ਜਾ ਕੇ ਪਤਾ ਲੱਗੂ ਵੀ ਮਰ ਗਏ ਜਾਂ ਪਰਿਵਾਰ ਦੇ ਮੈਂਬਰ ਉਸੇ ਤਰ੍ਹਾਂ ਹੀ ਜਿਉਂਦੇ ਹਨ। ਨਿਕਸੇ ਬਹੁਰ ਨਾ ਫੇਰੋ ਪਾਈ। ਸੱਚੇ ਪਾਤਸ਼ਾਹ ਇੱਕ ਵਾਰੀ ਚੱਲੇ ਨਾ ਆਪਾਂ, ਹੁਣ ਦੇ ਲੋ ਕਿਤਨੇ ਸਾਲ ਉਸੇ ਤਰ੍ਹਾਂ ਬਾਹਰ ਹੀ ਬਤੀਤ ਕਰ ਦਿੱਤੇ ਹਨ। ਸੁਨ ਕਰ ਬਿਗਸੀ ਕਿਰਪਾ ਨਿਕੇਤਾ। ਜਦੋਂ ਇਹ ਬਚਨ ਕੀਤੇ ਭਾਈ ਮਰਦਾਨਾ ਜੀ ਨੇ ਪਤਾ ਨਹੀਂ ਸੱਚੇ ਪਾਤਸ਼ਾਹ ਜਿਉਂਦਾ ਕੋਈ, ਪਤਾ ਨਹੀਂ ਘਰ ਖਾਲੀ ਪਿਆ ਹੋਏਗਾ ਮੇਰਾ ਸਾਰਾ। ਉਸ ਸਮੇਂ ਗੁਰੂ ਬਾਬਾ ਜੀ ਹੱਸ ਕਰਕੇ ਬਚਨ ਕਹਿਣ ਲੱਗੇ ਸੀ ਭਾਈ ਮਰਦਾਨਾ ਜੀ ਨੂੰ। ਬੋਲੇ ਹਰਖ ਦੇਨ ਕੀ ਹੇਤਾ। ਇਹਦੇ ਮਨ ਦੇ ਵਿੱਚ ਖੁਸ਼ੀ ਪੈਦਾ ਕਰਨ ਦੇ ਲਈ ਮਹਾਰਾਜ ਨੇ ਬਚਨ ਕੀਤਾ ਹੈ। ਜੇ ਤੇਰੇ ਸੰਬੰਧੀ ਮਰਹਿ। ਸਤਿਗੁਰੂ ਜੀ ਕਹਿ ਲੱਗੇ ਮਰਦਾਨੇ ਅਗਰ ਤੇਰੇ ਸੰਬੰਧੀ ਤੇਰੇ ਧੀਆਂ ਪੁੱਤਰ ਜਾਂ ਕੋਈ ਮਾਂ ਪਿਓ
ਪਰਿਵਾਰ ਦੇ ਵਿੱਚੋਂ ਮਰ ਵੀ ਜਾਏਗਾ। ਅਵਰ ਕਾਜ ਹਮ ਜਗ ਕਸ ਕਰ ਹੈ। ਕਿਉਂ ਦੱਸ ਜੇ ਤੇਰੇ ਅਸੀਂ ਪਰਿਵਾਰ ਦੇ ਮੈਂਬਰਾਂ ਨੂੰ, ਧੀਆਂ ਪੁੱਤਾਂ ਨੂੰ ਦੁਬਾਰਾ ਜਿਉਂਦਾ ਨਹੀਂ ਨਾ ਕਰਾਂਗੇ, ਫਿਰ ਔਰ ਵੱਡੇ ਵੱਡੇ ਕੰਮ ਕਰਕੇ ਭਾਈ ਅਸੀਂ ਪ੍ਰਾਪਤ ਕੀ ਕਰ ਲੈਣਾ। ਹਮ ਹੋਵਤ ਨਹਿ ਚਿੰਤਾ ਕਰੀਏ। ਸਾਡੇ ਹੁੰਦਿਆਂ ਕਦੇ ਮਨ ਦੇ ਵਿੱਚ ਚਿੰਤਾ, ਕਦੇ ਫਿਕਰ ਨਹੀਂ ਮਨ ਦੇ ਵਿੱਚ ਧਾਰਨ ਕਰਨਾ। ਨਿਕਟ ਨਾ ਜਮ ਕੋ ਤਰਾਸ ਵਿਚਰੀਏ। ਤੇਰੇ ਪਰਿਵਾਰ ਦੇ ਮੈਂਬਰਾਂ ਦੇ ਨੇੜੇ ਤੇੜਾ ਧਰਮ ਰਾਜੇ ਦੇ ਦੂਤਾਂ ਨੇ ਵੀ ਕਦੇ ਨਹੀਂ ਆਉਣਾ। ਜੇ ਅਬ ਤੋ ਮਨ ਐਸੀ ਆਈ। ਅਗਰ ਜੇ ਤੇਰੇ ਮਨ ਦੇ ਵਿੱਚ ਉਹ ਜੀ ਵਿਚਾਰ ਪੈਦਾ ਹੋ ਗਈ ਹੈ, ਮਿਲੋ ਕੁਟੰਬ ਸਰਬ ਕਉ ਜਾਈ। ਤਾਂ ਭਾਈ ਮਰਦਾਨਿਆ ਜਾ ਕਰਕੇ ਤੂੰ ਆਪਣੇ ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ ਮਿਲ ਕਰਕੇ ਵਾਪਸ ਆ ਜਾਣਾ। ਕਾਲੂ ਕੀ ਸਮੀਪ ਜੇ ਜਾਵੋ। ਪਰ ਉਸ ਸਮੇਂ ਸਤਿਗੁਰੂ ਜੀ ਨੇ ਮਾੜਾ ਜਿਹਾ ਸਮਝਾਇਆ ਵੀ ਸਾਡੇ ਪਿਤਾ ਜੀ ਦੇ ਪਾਸ ਆਉਣ ਦੀ ਕੋਈ ਜ਼ਿਆਦਾ ਖਬਰ ਨਹੀਂ ਦੱਸਣੀ ਹੈ। ਹਮਰੀ ਸੁਧ ਨਹਿ ਤਿਨਹਿ ਸੁਨਾਵੋ। ਸਾਡੇ ਬਾਰੇ ਕਿਸੇ ਦੇ ਨਾਲ ਕੋਈ ਐਸਾ ਰਾਹ ਦੇ ਵਿੱਚ ਬਥੇਰੇ ਮਿਲਣਗੇ ਤੈਨੂੰ ਸੰਗੀ ਸਾਥੀ, ਕੋਈ ਵੀ ਐਸੀ ਗੱਲਬਾਤ ਨਹੀਂ ਤੋਰਨੀ ਹੈ। ਮਿਲ ਪਰਿਵਾਰ ਬਹੁਰ ਤੁਮ ਆਵੋ। ਆਪਣੇ ਪਰਿਵਾਰ ਦੀ ਲੈ ਕਰਕੇ ਖਬਰ ਸਾਰ ਥੋੜੇ ਟਾਈਮ ਦੇ ਅੰਦਰ ਤਾਂ ਸਾਡੇ ਅਸੀਂ ਮੋੜ ਆਉਣਾ ਹੈ। ਕਰਕੇ ਮੋਹ ਨਾ ਬਿਲਮ ਲਗਾਵੋ। ਗੁਰੂ ਬਾਬਾ ਜੀ ਕਹਿਣ ਲੱਗੇ ਕਿਤੇ ਮੋਹ ਦੇ ਵਿੱਚ ਉੱਥੇ ਬਹਿ ਕਰਕੇ ਬੜਾ ਲੰਮਾ ਸਮਾਂ ਗੱਲਾਂ ਬਾਤਾਂ ਕਰਦਿਆਂ ਹੋਇਆ ਨਾ ਬਤੀਤ ਕਰਦੀ, ਬਸ ਉਹਨਾਂ ਦੀ ਲੈ ਕੇ ਖਬਰ ਸਾਰ ਉਸੇ ਤਰ੍ਹਾਂ ਸਾਡੇ ਤੈਂ ਪਾਸ ਵਾਪਸ ਮੁੜ ਆਉਣਾ। ਕਹਿ ਮਰਦਾਨਾ ਸੁਨ ਵਚ ਗੁਰ ਕੋ। ਇਹ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਦੋਂ ਭਾਈ ਮਰਦਾਨਾ ਜੀ ਨੇ ਸੁਣੇ ਆਪਣੇ ਕੰਨਾਂ ਦੇ ਨਾਲ, ਕਿਆ ਲੈ ਕਰ ਜਾਵੋ ਮੈਂ ਘਰ ਕੋ। ਕਹਿ ਲੱਗਿਆ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਸਾਲਾਂ ਦੇ ਸਾਲ ਤਾਂ ਆਪਾਂ ਨੇ ਬਾਹਰ ਫਿਰਦਿਆਂ ਲੰਘਾ, ਤੇ ਹੁਣ ਮੈਂ ਖਾਲੀ ਹੱਥ ਘਰ ਦੇ ਵਿੱਚ ਕਿਵੇਂ ਜਾਊਂ। ਬੜੀ ਸ਼ਰਮ ਵੀ ਆਉਂਦੀ ਹੈ ਨਾ ਖਾਲੀ ਹੱਥ ਜਾਂਦਿਆਂ ਹੋਇਆਂ। ਜੇ ਉਹਨਾਂ ਨੇ ਪੁੱਛਿਆ ਕੀ ਲੈ ਕੇ ਆਇਆ, ਸਾਡੇ ਲਈ ਮੈਂ ਕੀ ਜਵਾਬ ਦਿਉਂ। ਸੱਚੇ ਪਾਤਸ਼ਾਹ ਆਪ ਸਰਬਾਗੋ ਅੰਤਰਜਾਮੀ ਹੋ, ਹੁਣ ਖਾਲੀ ਹੱਥੀ ਮੈਂ ਘਰ ਦੇ ਵਿੱਚ ਕਿਵੇਂ ਜਾ ਸਕਦਾ। ਬਹੁਤ ਬਰਖ ਘਰ ਬਹਿਰ ਬਿਤਾਈ। ਮੈਂ ਤਾਂ ਇਸੇ ਤਰ੍ਹਾਂ ਆਪਦੇ ਚਰਨਾਂ ਦੇ ਵਿੱਚ ਆਨੰਦ ਮਾਣਦੇ ਹੋਇਆ ਕਿਤਨ ਸਾਰ ਬਾਹਰ ਹੀ ਬਤੀਤ ਕਰ ਦਿੱਤੇ। ਛੂਛਾ ਅਬ ਕਿਆ ਦੇਵੋਂ ਜਾਈ। ਸੱਚੇ ਪਾਤਸ਼ਾਹ ਖਾਲੀ ਹੱਥ ਜਾ ਕੇ ਤਾਂ ਮੈਨੂੰ ਜਵਾਬ ਵੀ ਬੜਾ ਦੇਣਾ ਔਖਾ ਹੋ ਜਾਣਾ। ਗੁਰ ਕਹਿ ਰੋਰ ਨਾ ਮੁਸ਼ਟ ਉਚਾਵੋ। ਉਹ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਮਰਦਾਨਿਆ ਉਹ ਕਾਰਾ ਤੇਰੇ ਜਿਹੜੇ ਰੋੜ ਪਏ ਨੇ ਨਾ ਕੋਲ, ਮੁੱਠੀ ਭਰ ਕੇ ਇਹਨਾਂ ਨੂੰ ਆਪਣੇ ਬਸਤਰ ਦੇ ਪੱਲੇ ਦੇ ਵਿੱਚ ਬੰਨ੍ਹ ਲੈ। ਬਾਂਧ ਚੀਰ ਸੰਦੇਹ ਮਿਟਾਵੋ। ਸੰਦੇਹ ਮਿਟਾਵੋ। ਇਹ ਮਨ ਦੇ ਵਿੱਚ ਕੋਈ ਭੁਲੇਖਾ ਨਹੀਂ ਰੱਖਣਾ ਵੀ ਮਹਾਰਾਜ ਨੇ ਮੈਨੂੰ ਆ ਵੱਡੇ ਵੱਡੇ ਰੋੜ ਬਸਤਰ ਦੇ ਪੱਲੇ ਦੇ ਨਾਲ ਬਣਾਤੀ, ਇਹਨਾਂ ਦੇ ਨਾਲ ਮੇਰਾ ਕੀ ਕੰਮ ਸਰੂਗਾ। ਨਾ ਇਹਨਾਂ ਦੀ ਕੋਈ ਕੀਮਤ ਨਾ ਕੋਈ ਮੁੱਲ ਪੈਣਾ। ਮਹਾਰਾਜ ਕੇ ਇਹ ਜਿਹੜੇ ਭੁਲੇਖੇ, ਇਹ ਸੰਦੇਹ ਮਨ ਦੇ ਵਿੱਚ ਧਾਰਨ ਨਹੀਂ ਕਰਨੇ ਹਨ। ਘਰ ਮਹਿ ਜਾਹੋ ਖੋਲ ਦੇਹੋ ਤਾਹੀ। ਜਦੋਂ ਘਰ ਦੇ ਵਿੱਚ ਤੈਂ ਜਾ ਕਰਕੇ ਇਹ ਜਿਹੜੇ ਰੋੜ ਆਪਣੇ ਬਸਤਰ ਦੇ ਇੱਕ ਪੱਲੇ ਨਾਲੋਂ ਖੋਲਣੇ ਹਨ। ਹਵੈ ਹੈ ਸੋਜੀ ਚਾਹੋ ਮਨ ਮਾਹੀ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜੋ ਤੂੰ ਚਾਹੇਗਾ ਇਹਨਾਂ ਰੋੜਾਂ ਤੋਂ ਉਹੀ ਵਸਤੂ ਬਣ ਜਾਣੀ ਹੈ। ਏਕ ਮੁਸ਼ਟ ਤਬ ਲੈ ਮਰਦਾਨੀ। ਇੱਕ ਮੁੱਠੀ ਭਰ ਕੇ ਰੋੜਾਂ ਦੀ ਭਾਈ ਮਰਦਾਨਾ ਜੀ ਨੇ ਆਪਣੇ ਕੱਪੜੇ ਦੇ ਨਾਲ ਬੰਨ੍ਹ ਲਈ ਹੈ। ਬਾਂਧੇ ਆਪਣੇ ਪਟ ਸੰਗਾਨੇ। ਜਿਵੇਂ ਗੁਰੂ ਬਾਬਾ ਜੀ ਨੇ ਬਚਨ ਕੀਤਾ, ਆਗਿਆ ਕਰੀ, ਰੋੜ ਪਏ ਸੀ ਸਾਹਮਣੇ, ਚੰਗੀ ਮੁੱਠੀ ਭਰ ਕੇ ਰੋੜਾਂ ਦੀ ਉਹਨੂੰ ਆਪਣੇ ਇੱਕ ਬਸਤਰ ਦੇ ਪੱਲੇ ਦੇ ਨਾਲ ਬੰਨ੍ਹ ਲਿਆ। ਕਰਿਓ ਆਨੰਦ ਨਿਕੇਤ ਸਿਧਾਰਾ। ਬੜੇ
ਆਨੰਦ ਦੇ ਸਹਿਤ ਜਦੋਂ ਭਾਈ ਮਰਦਾਨਾ ਜੀ ਆਪਣੇ ਘਰ ਦੇ ਵਿੱਚ ਪਹੁੰਚ ਗਏ ਹਨ, ਮਿਲਿਓ ਜਾਈ ਆਪਣੇ ਪਰਿਵਾਰਾ। ਦੇਖ ਕੇ ਪਰਿਵਾਰ ਨਾਲ ਤੋਂ ਚਾਅ ਚੜ ਗਿਆ, ਬੜੀਆਂ ਖੁਸ਼ੀਆਂ ਉਹਨਾਂ ਦੇ ਮਨ ਦੇ ਅੰਦਰ ਪੈਦਾ ਹੋਣ ਲੱਗ ਪਈਆਂ। ਗੰਢ ਚੀਰ ਕੀ ਖੋਲੀ ਜਬ ਹੀ, ਪਰ ਜਦੋਂ ਘਰ ਦੇ ਵਿੱਚ ਜਾ ਕਰਕੇ ਭਾਈ ਮਰਦਾਨਾ ਜੀ ਨੇ ਉਹ ਆਪਣੇ ਕੱਪੜੇ ਦੇ ਪੱਲੇ ਦੀ ਗੰਢ ਖੋਲੀ ਹੈ, ਕੰਚਨ ਸਰਬ ਬਿਲੋਕਿਓ ਤਬ ਹੀ। ਉਹ ਜਿਹੜੇ ਰੋਡ ਸਾਰੇ ਹੀ ਸੋਨਾ ਬਣ ਚੁੱਕੇ ਹਨ। ਭਾ ਕੁਟੰਬ ਕੋ ਆਨੰਦ ਭਾਰੀ, ਇਤਨਾ ਸੋਨਾ ਮੁੱਠੀ ਭਰ ਦੇ ਕੇ ਪਰਾਸੀਆਂ ਦੇ ਮਨਾਂ ਦੇ ਵਿੱਚ ਤਾਂ ਬੜੇ ਉਤਸ਼ਾਹ ਪੈਦਾ ਹੋ ਗਈ, ਸਾਡਾ ਪਿਤਾ ਕਿਤਨਾ ਸੋਨਾ ਇਹ ਸਾਡੇ ਵਾਸਤੇ ਬਾਹਰੋਂ ਲੈ ਕਰਕੇ ਆਇਆ ਹੈ। ਸੁਣਤ ਭਈ ਪੁਰ ਮੈਂ ਨਰ ਨਾਰੀ, ਜਦੋਂ ਇਹ ਖਬਰ ਪਲਾਂ 'ਚ ਸਾਰੇ ਨਗਰ 'ਚ ਫੈਲ ਗਈ ਵੀ ਬੜੇ ਸਾਲਾਂ ਤੋਂ ਬਾਅਦ ਭਾਈ ਮਰਦਾਨਾ ਜੀ ਅੱਜ ਆਪਣੇ ਘਰ ਵਾਪਸ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚ ਗਏ। ਸ਼੍ਰੀ ਨਾਨਕ ਸੰਗੀ ਮਰਦਾਨਾ, ਜਿਨ੍ਹਾਂ ਨੇ ਆਪਣੀ ਤਕਰੀਬਨ ਜ਼ਿੰਦਗੀ ਦੇ ਕਿਤਨੇ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਹੀ ਰਹਿ ਕਰਕੇ ਬਤੀਤ ਕਰਤੇ। ਫਿਰਤ ਬਹਿਰ ਬਹੁ ਕਾਲ ਬਿਤਾਨਾ, ਹੁਣ ਉਹਨਾਂ ਨੇ ਤਾਂ ਬਸ ਬਾਹਰ ਫਿਰਦਿਆਂ ਕਿਤਨੇ ਸਾਲ ਲੰਘਾ ਦਿੱਤੇ ਹਨ। ਅਬ ਆਵਾ ਆਪਣੇ ਘਰ ਬੀਚੋ, ਵੀ ਹੁਣ ਦੇ ਲੋ ਕਿਤਨੇ ਬਰਸ ਬਤਾ ਕੇ ਭਾਈ ਮਰਦਾਨਾ ਜੀ ਅੱਜ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆ ਗਏ। ਇਉਂ ਸੁਣ ਆਈ ਊਚ ਅਰ ਨੀਚੋ, ਸੁਣਨ ਅਨੁਸਾਰ ਚਾਹੇ ਕੋਈ ਊਚਾ ਨੀਚਾ ਹੈ, ਗਰੀਬ ਹੈ ਅਮੀਰ ਹੈ, ਸਾਰੀ ਭਾਈ ਮਰਦਾਨਾ ਜੀ ਦਾ ਦਰਸ਼ਨ ਕਰਕੇ ਦੇ ਘਰ ਦੇ ਵਿੱਚ ਇਕੱਠੇ ਆਉਣ ਲੱਗ ਪਏ। ਭੀਰ ਭੋਰ ਤਿਹ ਕੇ ਘਰ ਹੋਈ, ਪੀਰ ਭੋਰ ਬੜੀ ਭੀੜ ਨਗਰ ਦੇ ਲੋਕਾਂ ਦੀ ਭਾਈ ਮਰਦਾਨਾ ਜੀ ਦੇ ਘਰ ਦੇ ਵਿੱਚ ਜੁੜ ਗਈ ਹੈ। ਮਿਲ ਹੈ ਕੁਸ਼ਲ ਬੁਝ ਹੈ ਸਭ ਕੋਈ, ਕੋਈ ਵੀ ਹੈ ਆ ਕਰਕੇ ਭਾਈ ਮਰਦਾਨਾ ਜੀ ਦੇ ਨਾਲ ਬੜੇ ਐਸੇ ਜਿਵੇਂ ਕੋਈ ਕਿਸੇ ਨੂੰ ਬੜੇ ਲੰਮੇ ਸਮੇਂ ਤੋਂ ਬਾਅਦ ਮਿਲੇ, ਉਹ ਵੀ ਆਪਣੇ ਰਾਜੀ ਖੁਸ਼ੀ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਕਰ ਹੈ ਪਰਸ ਪਰ ਨਰ ਬਖਿਆਨਾ, ਜਿਹੜੇ ਤਲਵੰਡੀ ਨਗਰ ਦੇ ਵਿੱਚ ਰਹਿਣ ਵਾਲੇ ਸਿਆਣੇ ਪਤਵੰਤ ਸੱਜਣ, ਉਹਨਾਂ ਨੇ ਦੇਖਣ ਸਾਰ ਮਨ ਦੇ ਵਿੱਚ ਅੰਦਾਜ਼ਾ ਲਗਾ ਲਿਆ। ਸ਼੍ਰੀ ਨਾਨਕ ਸੰਗ ਥਾ ਮਰਦਾਨਾ, ਵੀ ਦੇਖੋ ਆਪਣੇ ਪਿੰਡ ਦੇ ਡੋਮ ਮਰਾਸੀ ਜਿਹੜੇ ਬੁੱਤੀਆਂ ਕਰ ਕਰਕੇ ਖਾਣ ਵਾਲੇ, ਉਹਨਾਂ ਨੇ ਆਪਣਾ ਕਿਤਨਾ ਟਾਈਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਹ ਹਜ਼ੂਰੀ ਦੇ ਵਿੱਚ ਰਹਿ ਕਰਕੇ ਬਸ ਲੰਘਾ ਦਿੱਤਾ। ਜਾਂਤੀ ਸ਼ੁਭ ਸ਼ੁਭਾਈ ਪਾ ਇਹ ਕੋ, ਵੀ ਦੇਖੋ ਸੰਗਤ ਕਰਦਿਆਂ ਇਹਦਾ ਕਿਹੋ ਜਿਹਾ ਬੜਾ ਮਿੱਠਾ ਕੋਮਲ ਸੁਭਾਅ ਪਹਿਲਾਂ ਦੇ ਨਾਲੋਂ ਬੜਾ ਕਾਫੀ ਬਦਲ ਚੁੱਕਿਆ। ਸਭ ਨਰਤੀ ਨਿਰਮਲ ਉਰਜਿਹ ਕੋ, ਦਿਨ ਵੀ ਇਹਦਾ ਤਾਂ ਹਿਰਦਾ ਸਾਰਿਆਂ ਦੇ ਨਾਲੋਂ ਬੜਾ ਪਵਿੱਤਰ ਤੇ ਸ਼ੁੱਧ ਹੋ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਕਰਨ ਦੇ ਨਾਲ ਮధుਰ ਬਚਨ ਸਭ ਸੰਗ ਬਖਾਨਤ, ਹੁਣ ਭਾਈ ਮਰਦਾਨਾ ਜੀ ਨੇ ਬੜੀ ਸਿਆਣਪ ਦੁਆਰਾ ਜੋ ਵੀ ਮਿਲਣ ਗਿਲਣ ਵਾਸਤੇ ਆਇਆ, ਉਹਨਾਂ ਦੇ ਨਾਲ ਇਹੋ ਜਿਹੇ ਦਿਲ ਨੂੰ ਖਿੱਚ ਪਾਉਣ ਵਾਲੇ ਬਚਨ ਕੀਤੇ ਹਨ। ਭਲੀ ਰੀਤ ਕਰਕੇ ਸਨਮਾਨਤ, ਜੋ ਵੀ ਕਿਸੇ ਨੇ ਆ ਕਰਕੇ ਗੱਲਬਾਤ ਪੁੱਛੀ ਜਥਾ ਜੋਗ ਉਹਦਾ ਆਪਣੇ ਵੱਲੋਂ ਭਾਈ ਮਰਦਾਨਾ ਜੀ ਜਵਾਬ ਦੇਈ ਜਾਂਦੇ ਹਨ। ਏਕ ਮਹੂਰਤ ਸਦਨ ਬਿਤਾਇਆ, ਇੱਕ ਮਹੂਰਤ ਜਿਹੜੀ ਹੁੰਦੀ ਹੈ ਤਕਰੀਬਨ ਅੱਧੀ ਕੁ ਘੜੀ ਦਾ ਸਮਾਂ ਭਾਈ ਮਰਦਾਨਾ ਜੀ ਨੇ ਇੱਕ ਮਹੂਰਤ ਦਾ ਵਕਤ ਆਪਣੇ ਘਰ ਦੇ ਵਿੱਚ ਬੈਠ ਕਰਕੇ ਬਤੀਤ ਕੀਤਾ। ਮਿਲ ਪਰਿਵਾਰ ਰਿਦੇ ਹਰ ਖਾਇਆ, ਆਪਣੇ ਮਾਂ ਪਿਓ ਧੀਆਂ ਪੁੱਤਰਾਂ ਨੂੰ ਮਿਲ ਕੇ ਭਾਈ ਮਰਦਾਨਾ ਜੀ ਮਨ ਦੇ ਵਿੱਚ ਬੜੇ ਖੁਸ਼ ਹੋ ਰਹੇ ਹਨ। ਮਿਲ ਪਰਿਵਾਰ ਰਿਦੇ ਹਰ ਖਾਇਆ, ਹੁਣ ਜੋ ਵੀ ਇਹਦੇ ਪਰਿਵਾਰ ਦੇ ਮੈਂਬਰ ਭਾਈ ਮਰਦਾਨਾ ਜੀ ਨੂੰ ਬੜੇ ਲੰਮੇ
ਅਰਸੇ ਤੋਂ ਬਾਅਦ ਮਿਲ ਕਰਕੇ ਉਹਨਾਂ ਦੇ ਚਿੱਤ ਦੇ ਵਿੱਚ ਵੀ ਬੜਾ ਆਨੰਦ ਪੈਦਾ ਹੋ ਗਿਆ। ਆਪਰ ਜੇ ਲੋਕ ਮਿਲਨ ਤਿਸ ਆਈ। ਹੁਣ ਜਿਹੜੇ ਹੋਰ ਬਹੁਤ ਸਾਰੇ ਰਾਏ ਪਹੁੰਚਦੀ ਤਲਵੰਡੀ ਦੇ ਵਿੱਚੋਂ ਸਿਆਣੇ ਸਿਆਣੇ ਸੱਜਣ ਬਜ਼ੁਰਗ ਜੋ ਵੀ ਇਹਨੂੰ ਮਿਲਣ ਵਾਸਤੇ ਆਏ ਭਾਈ ਮਰਦਾਨਾ ਜੀ ਦੇ ਘਰ ਦੇ ਵਿੱਚ ਮਿਲਿਓ ਭਾਉ ਧਰ ਸਰਬ ਸੁਖ ਪਾਈ। ਸਾਰਿਆਂ ਨੂੰ ਭਾਈ ਮਰਦਾਨਾ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਮਿਲ ਰਹੇ ਨੇ। ਕੋਈ ਵੀ ਪਿੰਡ ਦੇ ਵਿੱਚੋਂ ਚੱਲ ਕਰਕੇ ਆ ਗਿਆ। ਦੋਹਰਾ ਬਰਨ ਸੀਤ ਹੰਸ ਬਾਹਨੀ। ਅਗਲਾ ਅਧਿਆਇ ਆਰੰਭ ਕਰਦਿਆਂ ਹੋਇਆ ਕਵੀ ਜੀ ਨੇ ਆਪਣੇ ਵੱਲੋਂ ਜੋੜੀ ਚੰਡਕ ਹੈ, ਸਰੋਤੀ ਹੈ, ਬਾਗ ਇੰਦਰਾ ਦੀ ਦੇਵਤਾ ਬਰਨ ਸਹਿਤ ਹੰਸ ਵਾਨੀ ਕੈਸੀ ਸਵਾਰੀ ਹੈ ਉਹਦੀ ਜੋ ਹੈ ਚਿੱਟੇ ਰੰਗ ਦਾ ਹੰਸ ਉਹਦੇ ਉੱਪਰ ਸਦਾ ਵਾਤੇ ਸਵਾਰੀ ਕਰਦੀ ਹੈ। ਜੋ ਜਗ ਬਾਨੀ ਰੂਪ। ਜੋ ਦੁਨੀਆ ਦੇ ਵਿੱਚ ਇੱਕ ਬਾਣੀ ਰੂਪ ਹੋ ਕਰਕੇ ਵਿਆਪਕ ਹੋ ਰਹੀ ਹੈ। ਤੇ ਪਦ ਬੰਧਨ ਕਰ ਭਲੀ। ਇਹੋ ਜਿਹੀ ਜਿਹੜੀ ਸੁਰਤੀ ਚੰਡਕਾ ਬਾਗ ਇੰਦਰਾ ਦੀ ਦੇਵਤਾ ਉਹਦੇ ਚਰਨਾਂ ਤੇ ਕਵੀ ਜੀ ਆਪਣੇ ਵੱਲੋਂ ਨਮਸਕਾਰ ਕਰਦੇ ਹਨ। ਬਰਨੋ ਕਥਾ ਅਨੂਪ। ਜੋ ਗੁਰੂ ਬਾਬਾ ਜੀ ਦੀ ਕਥਾ ਉਪਮਾ ਤੋਂ ਰਹਿਤ ਹੈ। ਇਹਦੀ ਕੋਈ ਚਮੜੇ ਦੀ ਜ਼ੁਬਾਨ ਦੇ ਨਾਲ ਤਾਰੀਫ ਵਡਿਆਈ ਤਾਂ ਨਹੀਂ ਕੀਤੀ ਜਾ ਸਕਦੀ, ਪਰ ਕਵੀ ਜਨ ਇਹੋ ਜਿਹੇ ਜੋ ਵੀ ਦੇਵਤੇ ਨੇ ਉਹਨਾਂ ਤੋਂ ਕੰਮ ਲੈਣ ਵਾਸਤੇ ਵਡਿਆਈ ਵੀ ਆਪਣੇ ਵੱਲੋਂ ਕਰਦੇ ਹਨ। ਕੋਈ ਵੀ ਗ੍ਰੰਥ ਹੋਵੇ, ਚਾਹੇ ਸਲਾਮ ਮਤ ਹੈ, ਚਾਹੇ ਹੈ ਸਨਾਤਨ ਮਤ ਦੇ ਆ ਰਮਾਇਣ ਹੈ, ਮਹਾਭਾਰਤ ਹੈ, ਗੀਤਾ ਜੀ ਹੈ, ਤਕਰੀਬਨ ਹਰੇਕ ਸਭ ਤੋਂ ਪਹਿਲਾਂ ਆਪੋ ਆਪਣੇ ਇਸ਼ਟ ਦੇਵ ਦਾ ਜਿਹੜਾ ਮੰਗਲ ਜ਼ਰੂਰ ਕਰਿਆ ਕਰਦੇ ਹਨ। ਸ਼੍ਰੀ ਬਾਲਾ ਸੰਧੁਰ ਵਾਚ। ਭਾਈ ਬਾਲਾ ਜੀ ਇਹ ਪਾਵਨ ਕਥਾ ਖੰਡੂਰ ਸਾਹਿਬ ਦੀ ਧਰਤੀ ਤੇ ਸਰੋਤਿਆਂ ਨੂੰ ਸੁਣਾਉਂਦੇ ਆ ਆਪਣੇ ਵੱਲੋਂ ਬੇਨਤੀ ਕਰਦੇ ਨੇ। ਚੌਪਈ ਦਵੈ ਘਟਕਾ ਬੀਤੇ ਤਤਕਾਲੂ। ਹੁਣ ਜਦੋਂ ਦੁੱਖ ਕੜੀਆਂ ਭਾਈ ਮਰਦਾਨਾ ਜੀ ਨੇ ਘਰ ਦੇ ਵਿੱਚ ਬਹਿ ਕਰਕੇ ਬਤੀਤ ਕੀਤੀਆਂ। ਚਲਿਓ ਜਹਾਂ ਥੋ ਆਲਿਆ ਕਾਲੂ। ਹੁਣ ਜਿੱਧਰ ਬਾਬਾ ਕਲਿਆਣ ਚੰਦ ਜੀ ਦਾ ਘਰ ਪੈਂਦਾ ਸੀ, ਆਗਿਆ ਸ਼੍ਰੀ ਨਾਨਕ ਕੀ ਮਾਤਾ। ਉਸ ਰਾਤੇ ਥਾਈ ਭਾਈ ਮਰਦਾਨਾ ਜੀ ਨੇ ਵਾਪਸ ਮੁੜਨਾ ਸੀ। ਅਚਾਨਕ ਰਾਹ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੀ ਜਦੋਂ ਨਿਗਾਹ ਭਾਈ ਮਰਦਾਨਾ ਜੀ ਦੇ ਉੱਪਰ ਪੈ ਗਈ। ਤ੍ਰਿਪਤਾ ਨਾਮ ਜੋ ਥੀ ਬਖਿਆਤਾ। ਜੋ ਦੀਨ ਦੁਨੀਆ ਦੇ ਮਾਲਕ ਦੇ ਮਾਤਾ ਜੀ ਉਹਨਾਂ ਦੀ ਵਡਿਆਈ ਕੋਈ ਵੀ ਕਦੇ ਕਰ ਸਕਦੇ ਹੀ ਨਹੀਂ। ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਦੂਰੋਂ ਦੇਖ ਲਿਆ ਵੀ ਉਹ ਮਰਦਾਨਾ ਗਲੀਆਂ ਦੇ ਵਿੱਚੋਂ ਦੀ ਚੱਕਵੇਂ ਪੈਰ ਪਤਾ ਨਹੀਂ ਕਿਉਂ ਅੱਗੇ ਨੂੰ ਜਾ ਰਹੇ ਹੈ। ਜਬ ਆਵਤ ਦੇਖਿਓ ਮਰਦਾਨਾ। ਦੂਰਾ ਹੀ ਮਾਤਾ ਤ੍ਰਿਪਤਾ ਜੀ ਨੇ ਪਹਿਚਾਣ ਕਰ ਲਈ ਵੀ ਤਾਂ ਮਰਦਾਨਾ ਤੁਰਿਆ ਆਉਂਦਾ। ਘਰ ਸੋਂ ਲਾ ਬਿਰਾਗ ਬਹੁ ਠਾਨਾ। ਉਸ ਵਕਤ ਭਾਈ ਮਰਦਾਨਾ ਜੀ ਦੇ ਗਲ ਦੇ ਨਾਲ ਲੱਗ ਕਰਕੇ ਮਾਤਾ ਤ੍ਰਿਪਤਾ ਜੀ ਬਹੁਤ ਜ਼ਿਆਦਾ ਆਪਣੇ ਵੱਲੋਂ ਬੈਰਾਗ ਕਰਨ ਲੱਗ ਪਏ। ਭਇਓ ਮੋਹ ਸਰਤਾ ਸੋ ਪਰਵਾਹ। ਇਹੋ ਜਿਹਾ ਇੱਕ ਵਿਛੋੜੇ ਦਾ ਦੁੱਖ ਉਹ ਦਾਸੀ ਮਾਤਾ ਜੀ ਦੇ ਮਨ ਦੇ ਵਿੱਚ ਪੈਦਾ ਹੋਣ ਲੱਗ ਪਈ। ਧੀਰਜ ਸਿਕਤਾ ਸੇਤ ਨਸਾਹਾ। ਹੁਣ ਜਿਹੜਾ ਤੀਰਜ ਰੂਪੀ ਪੁਲ ਉਹ ਬਿਲਕੁਲ ਨਾਲ ਦੀ ਨਾਲ ਟੁੱਟ ਚੁੱਕੇ ਹੈ। ਹੁਣ ਜਿਸ ਪ੍ਰਕਾਰ ਭਾਈ ਮਰਦਾਨਾ ਜੀ ਨੇ ਸਮਾਂ ਪਾ ਕੇ ਥੋੜ੍ਹਾ ਜਿਹਾ ਗੁਰੂ ਬਾਬਾ ਜੀ ਦੇ ਵੱਲ ਤੁਰਨਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ
ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਜਬ ਆਵਤ ਦੇਖਿਓ ਮਰਦਾਨਾ ਗਰ ਸੋ ਲਾ ਬਿਰਾਗ ਬਹੁ ਠਾਨਾ। ਜਬ ਆਵਤ ਦੇਖਿਓ ਮਰਦਾਨਾ ਗਰ ਸੋ ਲਾ ਬਿਰਾਗ ਬਹੁ ਠਾਨਾ। ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਬਨਾਸੀ ਅਗਨਾਸ